ਗੁੱਡ ਮਾਰਨਿੰਗ 7th ਕਲਾਸ ਸਟੂਡੈਂਟਸ ਸਭ ਦਾ ਸਵਾਗਤ ਹੈ ਬੇਟਾ ਆਪਣੀ ਅੱਜ ਦੀ ਪੰਜਾਬੀ ਕਲਾਸ ਦੇ ਵਿੱਚ। ਤਾਂ ਬੇਟੇ ਅੱਜ ਆਪਾਂ ਅੱਗੇ ਰੀਡਰ ਦਾ ਪਾਠ ਨੰਬਰ 17 ਕਰਾਂਗੇ। ਜੋ ਆਪਾਂ ਸ਼ਨੀਵਾਰ ਕੀਤਾ ਸੀ ਬੇਟੇ ਉਹ ਆਪਣਾ ਵਿਆਕਰਨ ਦਾ ਟੌਪਿਕ ਸੀ, ਬਹੁਤੇ ਸ਼ਬਦਾਂ ਦੀ ਥਾਂ ਇੱਕ ਸ਼ਬਦ। ਮੈਨੂੰ ਉਮੀਦ ਆ ਕਿ ਤੁਸੀਂ ਸਾਰੇ ਬੱਚਿਆਂ ਨੇ ਆਪਣਾ ਕੰਪਲੀਟ ਕਰ ਲਿਆ ਹੋਏਗਾ ਜੋ ਬੁੱਕ ਵਰਕ ਸੀ, ਔਰ ਜੋ ਬਹੁਤੇ ਸ਼ਬਦਾਂ ਦੀ ਥਾਂ ਇੱਕ ਸ਼ਬਦ ਸੀ ਉਹ ਵੀ ਬੇਟਾ ਤੁਸੀਂ ਰੀਡ ਕਰ ਲਏ ਹੋਣਗੇ। ਤਾਂ ਅੱਜ ਬੱਚੇ ਆਪਾਂ ਪਾਠ ਨੰਬਰ 17 ਰੀਡਰ ਦਾ ਅਨੋਖੀ ਸਾਹਿਤ ਗੋਸ਼ਟੀ ਕਰਾਂਗੇ। ਬੇਟੇ ਸਾਹਿਤ ਕੀ ਹੁੰਦਾ ਹੈ? ਜਿਸ ਦੇ ਵਿੱਚ ਲਿਟਰੇਚਰ ਆ ਜਾਂਦਾ ਸਾਰਾ, ਕਵਿਤਾ, ਵਾਰਤਕ, ਨਾਟਕ, ਜੋ ਵੀ ਸਾਰਾ ਕੁਝ ਉਹ ਸਾਹਿਤ ਦੇ ਵਿੱਚ ਆਉਂਦਾ ਹੈ। ਠੀਕ ਹੈ, ਤਾਂ ਉਸ ਤੋਂ ਬਾਅਦ ਬੇਟੇ ਆਪਾਂ ਜਦੋਂ ਪਾਠ ਰੀਡ ਕਰਾਂਗੇ ਤਾਂ ਤੁਹਾਨੂੰ ਸਾਰਾ ਸਮਝ ਆ ਜਾਏਗਾ। ਪਹਿਲਾਂ ਨਵੇਂ ਸ਼ਬਦ ਦੇਖੋ। ਸੰਮੇਲਨ ਹੁੰਦਾ ਬੇਟੇ ਇਕੱਠ, ਸੁਸ਼ੋਭਿਤ ਹੁੰਦਾ ਹੈ ਬਿਰਾਜਮਾਨ, ਸਜਿਆ ਹੋਇਆ, ਉਚੇਚੇ, ਵੱਖਰੇ, रूबरू, आमो सामने, बरकरार, निरंतर तौर पर चलने वाला, कोई काम लगातार चलने वाला। सहमत हुंदा बेटे मनना, किसी की गल दे नाल सहमत होना। रोचकता, दिलचस्पी। बेहतर हुंदा है बेटा वधिया। सबब, सबब हुंदा बच्चे मौका। मनोबल, हौसला। असीम, जिस दी कोई सीमा ना होवे। संपर्क हुंदा बेटे किसी दे नाल दे संपर्क दे विच आउणा, किसी दे नाल कंटैक्ट करना। प्रेरित, उत्साहित। ठीक है, तो उस तो बाद बेटा जो अपना पाठ है वो एक ਸਾਹਿਤ ਦੇ ਉੱਤੇ ਹੈ। ਠੀਕ ਹੈ, ਸਾਹਿਤ ਹੈ ਜੋ ਉਹ ਮੁੱਖ ਮਹਿਮਾਨ ਹੈ। ਉਸ ਦੇ ਵਿੱਚ ਜਿਹੜੇ ਉਸਦੇ ਬਾਕੀ ਭਾਗ ਨੇ, ਜਿਵੇਂ ਵਾਰਤਕ, ਕਹਾਣੀ, ਨਾਟਕ ਜੋ ਵੀ ਆਉਂਦੇ ਨੇ ਉਹ ਸਾਰੇ ਉਸਦੇ ਪ੍ਰਤੀਯੋਗੀ ਨੇ ਜਿਹੜੇ ਵਿੱਚ ਹਿੱਸਾ ਲੈਣ ਵਾਲੇ ਨੇ। ਇਸ ਤਰ੍ਹਾਂ ਬੇਟਾ ਇਹ ਸਾਰਾ ਆਪਣਾ ਪਾਠ ਹੈ। ਜਦੋਂ ਆਪਾਂ ਰੀਡ ਕਰਾਂਗੇ ਤਾਂ ਤੁਹਾਨੂੰ ਸਮਝ ਆਏਗਾ। ਤਾਂ ਦੇਖੋ ਬੱਚੇ ਆਪਾਂ ਪੜ੍ਹਦੇ ਹਾਂ। खबर फैल गई कि एक अद्भुत ਸਾਹਿਤਕ सम्मेलन आयोजित ਕੀਤਾ ਜਾ ਰਿਹਾ ਹੈ। ਬਸ ਫਿਰ ਕੀ ਸੀ, ਪ੍ਰਬੰਧਕਾਂ ਦੀ ਆਸ ਨਾਲੋਂ ਕਿਤੇ ਵੱਧ ਇਕੱਠ ਹੋ ਗਿਆ। ਇਸ ਸਮਾਰੋਹ ਵਿੱਚ ਸਾਹਿਤ ਨੂੰ ਮੁੱਖ ਮਹਿਮਾਨ ਵਜੋਂ ਸੱਦਿਆ ਗਿਆ ਸੀ। ਸਾਹਿਤ ਸਮੇਂ ਦੀ ਪਾਬੰਦੀ ਬਾਰੇ ਬਹੁਤ ਸੁਚੇਤ ਸੀ। ਐਨ ਮਿੱਥੇ ਸਮੇਂ ਤੇ ਮੌਕੇ ਵਾਲੀ ਥਾਂ ਤੇ ਹਾਜ਼ਰ ਸੀ। ਸਾਹਿਤ ਨੂੰ ਮੰਚ ਉੱਤੇ ਇੱਕ ਖਾਸ ਸਜਾਵਟੀ ਕੁਰਸੀ ਤੇ ਬਿਠਾਇਆ ਗਿਆ। ਸਾਰੇ ਪ੍ਰਤੀਯੋਗੀ ਵੀ ਮੰਚ ਤੇ ਹੀ ਸੁਸ਼ੋਭਿਤ ਸਨ। ਤਾਂ ਦੇਖੋ ਬੇਟਾ ਜੋ ਇੱਕ ਸਾਹਿਤ ਸੀ ਉਹ ਕੀ ਸੀਗਾ? ਮੁੱਖ ਮਹਿਮਾਨ ਸੀਗਾ। ਮਹਿਮਾਨ ਕੀ ਹੁੰਦਾ ਬੇਟੇ? ਜੋ ਮਤਲਬ ਪ੍ਰਾਹੁਣਾ ਜਿਸ ਨੂੰ ਕਿਹਾ ਜਾਂਦਾ, ਗੈਸਟ। ਠੀਕ ਹੈ, ਉਹ ਮੁੱਖ ਮਹਿਮਾਨ ਵਜੋਂ ਕਿਰਦਾਰ ਨਿਭਾ ਰਿਹਾ ਸੀ। ਜੋ ਸਾਹਿਤ ਸੀ ਉਹ ਸਮੇਂ ਦਾ ਇੰਨਾ ਪਾਬੰਦ ਸੀ ਕਿ ਉਹ ਪੂਰੇ ਮਿੱਥੇ ਹੋਏ ਟਾਈਮ ਦੇ ਉੱਤੇ ਆਪਣੇ ਪੂਰੇ ਤੇ ਮੰਚ ਦੇ ਉੱਤੇ ਪਹੁੰਚ ਗਿਆ ਸੀ, ਸਟੇਜ ਤੇ ਪਹੁੰਚ ਗਿਆ ਸੀ। ਤਾਂ ਉਸ ਨੂੰ ਜੋ ਸਜਾਈ ਹੋਈ ਕੁਰਸੀ ਸੀ ਉਸ ਤੇ ਬਿਠਾਇਆ ਗਿਆ ਤੇ ਸਾਰੇ ਪ੍ਰਤੀਯੋਗੀ ਵੀ ਮੰਚ ਤੇ ਸੁਸ਼ੋਭਿਤ ਸਨ ਜਿਹੜੇ ਉਸ ਦੇ ਵਿੱਚ ਹਿੱਸਾ ਲੈਣ ਵਾਲੇ ਸੀਗੇ। ਠੀਕ ਹੈ, ਉਸ ਤੋਂ ਅੱਗੇ ਦੇਖੋ। ਸਰੋਤਿਆਂ ਨੂੰ ਇਹ ਸੰਮੇਲਨ ਇਸ ਕਰਕੇ ਵਿਚਿੱਤਰ ਜਾਪ ਰਿਹਾ ਸੀ ਕਿਉਂਕਿ ਇਸ ਵਿੱਚ ਪ੍ਰਤੀਯੋਗੀਆਂ ਵਜੋਂ ਕਹਾਣੀ, ਵਾਰਤਕ, ਕਵਿਤਾ ਤੇ ਨਾਟਕ ਨੂੰ ਉਚੇਚੇ ਤੌਰ ਤੇ ਸਰੋਤਿਆਂ ਦੇ ਰੂਬਰੂ ਹੋ ਕੇ ਆਪੋ ਆਪਣੇ ਵਿਚਾਰ ਪੇਸ਼ ਕਰਨ ਲਈ ਬੁਲਾਇਆ ਗਿਆ ਸੀ। ਤਾਂ ਦੇਖੋ ਬੇਟਾ ਸਰੋਤੇ ਹੁੰਦੇ ਨੇ ਸੁਣਨ ਵਾਲੇ। ਠੀਕ ਹੈ, ਸਰੋਤਿਆਂ ਨੂੰ ਜਿਹੜੇ ਉਹਨਾਂ ਨੂੰ ਇਹ ਸੰਮੇਲਨ ਸੀ ਜਿਹੜਾ ਇਹ ਇਕੱਠ ਸੀਗਾ ਵਿਚਿੱਤਰ ਜਾਪ ਰਿਹਾ ਸੀ, ਅਲੱਗ ਹੀ ਜਾਪਦਾ ਸੀ, ਅਨੋਖਾ ਜਿਹਾ। ਕਿਉਂਕਿ ਉਸ ਦੇ ਵਿੱਚ ਕੀ ਸੀ? ਜਿਹੜੇ ਪ੍ਰਤੀਯੋਗੀ ਸੀ, ਹਿੱਸਾ ਲੈਣ ਵਾਲੇ ਸੀ ਜਿਹੜੇ, ਉਹ ਕੌਣ ਸੀ? ਕਹਾਣੀ ਸੀ, ਵਾਰਤਕ ਸੀ, ਕਵਿਤਾ ਤੇ ਨਾਟਕ ਸੀ। ਠੀਕ ਹੈ, ਉਹਨਾਂ ਨੇ ਸਰੋਤਿਆਂ ਦੇ ਰੂਬਰੂ ਹੋ ਕੇ ਆਪਣੇ ਜਿਹੜੇ ਵਿਚਾਰ ਸੀ ਉਹ ਪੇਸ਼ ਕਰਨੇ ਸੀਗੇ। ਠੀਕ ਹੈ, ਆਪਣੇ ਵਿਚਾਰ ਉਹਨਾਂ ਦੇ ਅੱਗੇ ਰੱਖਣੇ ਸੀ। ਉਸ ਤੋਂ ਅੱਗੇ ਉਹਨਾਂ ਨੂੰ ਤਾਂ ਸੰਮੇਲਨ ਦੇ ਤਸਵੀਰ ਦੇ ਵਿੱਚ ਵੀ ਦੇਖੋ ਬੇਟਾ ਸ਼ੁਰੂ ਹੋਣ ਦੀ ਬੇਸਬਰੀ ਨਾਲ ਉਡੀਕ ਸੀ। ਮੰਚ ਦੇ ਸੰਚਾਲਕ ਨੇ ਮੁੱਖ ਮਹਿਮਾਨ ਤੇ ਪ੍ਰਤੀਯੋਗੀਆਂ ਨੂੰ ਜੀ ਆਇਆਂ ਆਖਿਆ ਤੇ ਸਭ ਤੋਂ ਪਹਿਲਾਂ ਕਹਾਣੀ ਨੂੰ ਆਪਣੇ ਵਡਮੁੱਲੇ ਵਿਚਾਰ ਸਰੋਤਿਆਂ ਨਾਲ ਸਾਂਝੇ ਕਰਨ ਲਈ ਬੇਨਤੀ ਕੀਤੀ। ਤਾਂ ਦੇਖੋ ਬੇਟਾ ਜਿਹੜੇ ਜਦੋਂ ਕਹਾਣੀ ਨੂੰ ਸਭ ਤੋਂ ਪਹਿਲਾਂ ਬੁਲਾਇਆ ਗਿਆ ਮੰਚ ਦੇ ਉੱਪਰ, ਜਿਹੜੇ ਮੰਚ ਦਾ ਸੰਚਾਲਕ ਸੀ, ਠੀਕ ਹੈ, ਉਹਨਾਂ ਨੇ ਪ੍ਰਤੀਯੋਗੀਆਂ ਨੂੰ ਜੀ ਆਇਆਂ ਆਖਿਆ ਤੇ ਮੁੱਖ ਮਹਿਮਾਨ ਸੀ ਜਿਹੜਾ ਸਾਹਿਤ ਉਸ ਨੂੰ ਵੀ ਜੀ ਆਇਆਂ ਆਖਿਆ ਤੇ ਸਭ ਤੋਂ ਪਹਿਲਾਂ ਕਹਾਣੀ ਨੂੰ ਆਪਣੇ ਵਿਚਾਰ ਸਰੋਤਿਆਂ ਦੇ ਸਾਹਮਣੇ ਪੇਸ਼ ਕਰਨ ਲਈ ਕਿਹਾ ਗਿਆ। ਉਸ ਤੋਂ ਅੱਗੇ ਦੇਖੋ। ਕਹਾਣੀ ਦੇ ਚਿਹਰੇ ਤੋਂ ਪ੍ਰਸੰਨਤਾ ਡੁੱਲ ਪੈ ਰਹੀ ਸੀ। ਮੈਨੂੰ ਬਹੁਤ ਖੁਸ਼ੀ ਹੈ ਕਿ ਪਹਿਲੀ ਵਾਰ ਮੈਨੂੰ ਆਪਣੇ ਮਨੋਭਾਵ ਆਪ ਸਾਰਿਆਂ ਦੇ ਨਾਲ ਇਸ ਤਰ੍ਹਾਂ ਸਾਂਝੇ ਕਰਨ ਦਾ ਅਵਸਰ ਪ੍ਰਾਪਤ ਹੋਇਆ ਹੈ। ਉਂਝ ਤਾਂ ਮੈਂ ਤੇ ਇੱਥੇ ਮੌਜੂਦ ਮੇਰੇ ਸਾਰੇ ਸਾਥੀ ਹੀ ਤੁਹਾਡਾ ਮਨੋਰੰਜਨ ਕਰਨ ਦੇ ਨਾਲ ਤੁਹਾਡੇ ਗਿਆਨ ਵਿੱਚ ਵੀ ਵਾਧਾ ਕਰਦੇ ਹਾਂ। ਹੁਣ ਤੁਸੀਂ ਮੇਰੀ ਇਸ ਟਿੱਪਣੀ ਨੂੰ ਹੰਕਾਰ ਭਰੀ ਨਾ ਸਮਝਿਆ ਜਾਏ ਜੇ ਪਰ ਮੈਂ ਸਾਰੀਆਂ ਵੰਨਗੀਆਂ ਵਿੱਚੋਂ ਆਪਣੇ ਆਪ ਨੂੰ ਸਭ ਤੋਂ ਵੱਧ ਮਹੱਤਵਪੂਰਨ ਸਮਝਦੀ ਹਾਂ। ਤਾਂ ਦੇਖੋ ਬੇਟਾ ਕਹਾਣੀ ਨੇ
ਕੀ ਕਿਹਾ ਜਦੋਂ ਉਹ ਸਟੇਜ 'ਤੇ ਆਈ ਤਾਂ ਉਹਦੀ ਪ੍ਰਸੰਨਤਾ ਸੀ ਜਿਹੜੀ, ਉਹਦੀ ਖੁਸ਼ੀ ਦੀ ਹੱਦ ਸੀ ਕੋਈ, ਉਹ ਕੀ ਸੀ, ਬਹੁਤ ਜ਼ਿਆਦਾ ਸੀ। ਠੀਕ ਹੈ, ਖੁਸ਼ੀ ਦਾ ਕੋਈ ਟਿਕਾਣਾ ਨਹੀਂ ਸੀ ਉਸਦਾ। ਮਨੋਭਾਵ ਉਹਨੂੰ ਇਹ ਸੀ ਕਿ ਮੈਨੂੰ ਆਪਣੇ ਮਨ ਦੇ ਭਾਵ ਨੇ ਜਿਹੜੇ, ਮਨੋਭਾਵ ਕਹਿੰਦਾ ਮਨ ਦੇ ਭਾਵ ਪ੍ਰਗਟ ਕਰਨ ਦਾ ਮੌਕਾ ਮਿਲਿਆ ਹੈ, ਸਾਰਿਆਂ ਦੇ ਨਾਲ ਆਪਣੇ ਮਨ ਦੇ ਭਾਵ ਸਾਂਝੇ ਕਰਨ ਦਾ ਅਵਸਰ ਪ੍ਰਾਪਤ ਹੋਇਆ ਹੈ, ਮੌਕਾ ਪ੍ਰਾਪਤ ਹੋਇਆ ਹੈ। ਠੀਕ ਹੈ, ਤਾਂ ਉਹਨੇ ਸਾਰਿਆਂ ਨੂੰ ਇਹੀ ਕਿਹਾ ਕਿ ਤੁਸੀਂ ਮੈਨੂੰ ਇਹਦੇ ਵਿੱਚ ਮੇਰਾ ਕੋਈ ਹੰਕਾਰ ਨਾ ਸਮਝਿਓ। ਠੀਕ ਹੈ, ਮੈਂ ਹੁਣ ਤੁਹਾਡੇ ਅੱਗੇ ਮਤਲਬ ਤੁਹਾਡੇ ਅੱਗੇ ਮੈਂ ਆਪਣੇ ਆਪ ਨੂੰ ਸਾਰਿਆਂ ਤੋਂ ਵੱਧ ਮਹੱਤਵਪੂਰਨ ਸਮਝਦੀ ਹਾਂ, ਕਿ ਮੇਰਾ ਹੀ ਸਭ ਤੋਂ ਵੱਧ ਰੋਲ ਹੈ। ਉਸ ਤੋਂ ਅੱਗੇ ਦੇਖੋ, ਯਕੀਨਨ ਤੁਸੀਂ ਵੀ ਮੇਰੇ ਨਾਲ ਸਹਿਮਤ ਹੋਵੋਗੇ। ਇਸ ਤੇ ਕਹਾਣੀ ਨੇ ਸਾਰੇ ਪਾਸੇ ਨਜ਼ਰ ਘੁਮਾਈ ਤੇ ਗੱਲ ਅੱਗੇ ਤੋਰੀ। ਬੱਚੇ ਤੋਂ ਲੈ ਕੇ ਵੱਡੇ ਤੱਕ ਸਭ ਮੈਨੂੰ ਪਸੰਦ ਕਰਦੇ ਨੇ। ਮੈਨੂੰ ਨਿੱਕੇ ਵੱਡੇ ਸਾਰੇ ਰੂਪਾਂ ਵਿੱਚ ਪਸੰਦ ਕੀਤਾ ਜਾਂਦਾ ਹੈ। ਮੇਰਾ ਮੰਨਣਾ ਹੈ ਕਿ ਉਦਾਸੀ ਤੇ ਅਕੇਵੇਂ ਦੇ ਆਲਸ ਵਿੱਚ ਮੈਂ ਚੰਗੀ ਮਿੱਤਰ ਸਾਬਤ ਹੁੰਦੀ ਹਾਂ। ਮੇਰੀ ਸੰਗਤ ਵਿੱਚ ਸਭ ਦੇ ਚਿਹਰੇ ਖਿੜ ਜਾਂਦੇ ਹਨ। ਤਾਂ ਦੇਖੋ ਬੇਟਾ, ਉਹ ਕੀ ਕਹਿੰਦੀ ਆ ਆਪਣੇ ਆਪ ਨੂੰ, ਕਹਿੰਦੀ ਹੈ ਕਿ ਬੱਚੇ ਤੋਂ ਲੈ ਕੇ ਵੱਡੇ ਤੱਕ ਸਭ ਮੈਨੂੰ ਪਸੰਦ ਕਰਦੇ ਨੇ, ਸਾਰੇ ਮੈਨੂੰ ਨਿੱਕੇ ਵੱਡੇ ਸਾਰੇ ਰੂਪਾਂ ਵਿੱਚ ਹੀ ਪਸੰਦ ਕੀਤਾ ਜਾਂਦਾ ਹੈ। ਨਿੱਕੇ ਵੀ ਤੇ ਵੱਡੇ ਵੀ ਮੈਨੂੰ ਸਾਰੇ ਹੀ ਪਸੰਦ ਕਰਦੇ ਨੇ। ਜਦੋਂ ਵੀ ਕੋਈ ਉਦਾਸ ਹੁੰਦਾ ਹੈ ਜਾਂ ਕੋਈ ਆਲਸ ਦੇ ਵਿੱਚ ਆਉਂਦਾ ਏ, ਮਤਲਬ ਕੋਈ ਉਦਾਸੀ ਦੇ ਵਿੱਚ ਆਉਂਦਾ ਏ, ਤਾਂ ਉਹ ਮੈਨੂੰ ਹੀ ਆਪਣਾ ਚੰਗਾ ਮਿੱਤਰ ਸਮਝਦਾ ਹੈ। ਤਾਂ ਉਹ ਕੀ ਆ, ਕਹਾਣੀ ਉਦੋਂ ਪੜ੍ਹਦਾ ਏ ਤਾਂ ਮੇਰੀ ਸੰਗਤ ਵਿੱਚ ਸਭ ਦੇ ਚਿਹਰੇ ਖਿੜ ਜਾਂਦੇ ਨੇ। ਮੈਨੂੰ ਪੜ੍ਹ ਕੇ ਸਾਰੇ ਕੀ ਆ, ਖਿੜ ਜਾਂਦੇ ਨੇ, ਮਤਲਬ ਉਹਨਾਂ ਦੇ ਚਿਹਰੇ 'ਤੇ ਰੌਣਕ ਆ ਜਾਂਦੀ ਹੈ। ਉਸ ਤੋਂ ਅੱਗੇ ਕਹਾਣੀ ਇਸੇ ਤਰ੍ਹਾਂ ਹੋਰ ਬਹੁਤ ਕੁਝ ਆਪਣੇ ਬਾਰੇ ਆਖੀ ਜਾ ਰਹੀ ਸੀ, ਪਰ ਸੁਣਨ ਵਾਲਿਆਂ ਵਿੱਚ ਘੁਸਰ ਮੁਸਰ ਸ਼ੁਰੂ ਹੋ ਗਈ। ਕਿਸੇ ਦੇ ਮੂੰਹੋਂ ਤਾਂ ਇਹ ਵੀ ਨਹੀਂ ਨਿਕਲਿਆ, ਮੈਨੂੰ ਤਾਂ ਕਹਾਣੀ ਬਿਲਕੁਲ ਨਹੀਂ ਪਸੰਦ, ਮੈਨੂੰ ਤਾਂ ਸਗੋਂ ਆਦ ਪੜ੍ਹ ਕੇ ਜ਼ਿਆਦਾ ਚੰਗਾ ਲੱਗਦਾ ਹੈ। ਤੇ ਕੋਈ ਕਹਿ ਰਿਹਾ ਸੀ, ਕਿੰਨਾ ਰੌਚਕ ਹੈ ਨਾ ਕਹਾਣੀ ਦੇ ਆਪਣੇ ਮੂੰਹੋਂ ਇਹ ਗੱਲਾਂ ਸੁਣਨਾ। ਤਾਂ ਦੇਖੋ ਬੇਟਾ, ਕਹਾਣੀ ਦੇ ਬਾਰੇ ਵੀ ਕੋਈ ਕੁਝ ਕਹਿ ਰਿਹਾ ਸੀ, ਕੋਈ ਕੁਝ ਕਹਿ ਰਿਹਾ ਸੀ। ਉਹਨਾਂ ਦੇ ਵਿਚਾਲੇ ਆਪਸ ਦੇ ਵਿੱਚ ਘੁਸਰ ਮੁਸਰ ਹੋ ਰਹੀ ਸੀ, ਆਪਸ 'ਚ ਉਹ ਗੱਲਾਂ ਕਰ ਰਹੇ ਸੀਗੇ। ਤੇ ਕਿਸੇ ਦੇ ਮੂੰਹ ਤਾਂ ਇਹ ਵੀ ਨਹੀਂ ਨਿਕਲਿਆ ਸੀ ਕਿ ਕਹਾਣੀ ਮੈਨੂੰ ਬਿਲਕੁਲ ਵੀ ਪਸੰਦ ਨਹੀਂ ਹੈ। ਤੇ ਕੋਈ ਇਹ ਕਹਿ ਰਿਹਾ ਸੀਗਾ, ਮੈਨੂੰ ਤਾਂ ਸਗੋਂ ਡੈਸ਼ ਆਦ ਪੜ੍ਹ ਕੇ ਜ਼ਿਆਦਾ ਚੰਗਾ ਲੱਗਦਾ ਹੈ, ਮਤਲਬ ਕੋਈ ਹੋਰ ਚੀਜ਼ਾਂ ਪੜ੍ਹ ਕੇ ਮੈਨੂੰ ਜ਼ਿਆਦਾ ਚੰਗੀਆਂ ਲੱਗਦੀਆਂ ਨੇ। ਤੇ ਕੋਈ ਕਹਿ ਰਿਹਾ ਸੀ, ਕਿੰਨਾ ਰੌਚਕ ਹੈ ਕਹਾਣੀ ਦੇ ਆਪਣੇ ਮੂੰਹੋਂ ਇਹ ਗੱਲਾਂ ਸੁਣਨਾ। ਠੀਕ ਹੈ, ਵੀ ਕਹਾਣੀ ਆਪਣੇ ਆਪ ਆਪਣੀ ਪ੍ਰਸ਼ੰਸਾ ਕਰ ਰਹੀ ਹੈ, ਕਿੰਨਾ ਚੰਗਾ ਲੱਗ ਰਿਹਾ ਹੈ ਇਹ ਸੁਣਨਾ। ਉਸ ਤੋਂ ਅੱਗੇ ਦੇਖੋ, ਸੱਚ ਦੇ ਆਮੋ ਸਾਹਮਣੇ ਹੋਣ ਤੇ ਕਹਾਣੀ ਨੂੰ ਇਹ ਭਾਂਪਦਿਆਂ ਚਿਰ ਨਾ ਲੱਗਿਆ ਕਿ ਆਖਰ ਉਹ ਇੰਨੀ ਹਰਮਨ ਪਿਆਰੀ ਵੀ ਨਹੀਂ ਜਿੰਨਾ ਉਸ ਨੂੰ ਭਰਮ ਹੋ ਗਿਆ ਸੀ। ਫਿਰ ਛੇਤੀ ਹੀ ਉਸ ਨੇ ਆਪਣੀ ਗੱਲ ਸਮੇਟੀ ਤੇ ਆਪਣੀ ਥਾਂ ਤੇ ਜਾ ਬੈਠੀ। ਜਦੋਂ ਉਹਨੂੰ ਪਤਾ ਲੱਗਿਆ ਕਿ ਮੈਨੂੰ ਕੋਈ ਜ਼ਿਆਦਾ ਪਸੰਦ ਨਹੀਂ ਕਰ ਰਿਹਾ, ਤਾਂ ਫਿਰ ਉਸਨੇ ਕੀ ਕੀਤਾ, ਆਪਣੀ ਜਿਹੜੀ ਗੱਲ ਸੀ ਉਹ ਜਲਦੀ ਬੋਲੀ ਤੇ ਆਪਣੀ ਥਾਂ ਤੇ ਜਾ ਕੇ ਬੈਠ ਗਈ। ਉਸਨੂੰ ਇਹ ਸੀਗਾ ਕਿ ਉਸਨੂੰ ਮਤਲਬ ਲੱਗ ਰਿਹਾ ਸੀ ਜਿਵੇਂ ਕਿ ਉਸਨੂੰ ਕੋਈ ਭਰਮ ਜਿਹਾ ਸੀਗਾ। ਠੀਕ ਹੈ, ਮਤਲਬ ਭੁਲੇਖਾ ਹੀ ਸੀਗਾ ਵੀ ਮੈਂ ਜ਼ਿਆਦਾ ਚੰਗੀ ਹਾਂ। ਉਸ ਤੋਂ ਅੱਗੋਂ ਬੇਟਾ ਅੱਗੇ ਦੇਖੋ, ਅੱਗੋਂ ਵਾਰੀ ਸੀ ਕਵਿਤਾ ਦੀ। ਇੱਕ ਆਪਣਾ ਹੋ ਗਿਆ ਕਹਾਣੀ, ਉਸ ਤੋਂ ਅੱਗੇ ਕਵਿਤਾ। ਸਰੋਤਿਆਂ ਦੇ ਸਨਮੁਖ ਹੋਣ ਦੀ ਉਹ ਤਾਂ ਫੁੱਲੀ ਨਾ ਸਮਾਏ, ਮੰਚ ਤੇ ਖੜੇ ਹੁੰਦੇ ਸਾਰ ਹੀ ਗਾਉਣ ਲੱਗ ਪਈ। ਠੀਕ ਹੈ, ਉਸਨੇ ਫਿਰ ਗਾਇਆ, ਮੇਰਾ ਤਾਂ ਜੀ ਨਿਆਰਾ ਏ, ਰੂਪ ਰੰਗ ਮੇਰੇ ਤਾਂ ਅਡਰੇ ਨੇ ਸਾਰੇ, ਢੰਗ ਸਾਹਿਤ ਦੀ ਹਾਂ ਆਨ ਤੇ ਸ਼ਾਨ, ਜਗਮਗ ਕਰਾਂ ਮੈਂ ਇਸ ਦਾ ਜਹਾਨ। ਠੀਕ ਹੈ, ਉਸਨੇ ਆਪਣੀ ਜੋ ਗੱਲ ਸੀ ਉਹ ਕਈ, ਆਪਣੀ ਕਵਿਤਾ ਗਾ ਕੇ ਸੁਣਾਈ ਉਹਨਾਂ ਨੂੰ। ਤੇ ਸਰੋਤੇ ਤਾਂ ਕਵਿਤਾ ਦੀ ਇਸ ਸ਼ੁਰੂਆਤ ਤੇ ਬਹੁਤ ਹੈਰਾਨ ਜਿਹੇ ਵੀ ਹੋਏ ਤੇ ਖੁਸ਼ ਵੀ ਹੋਏ। ਠੀਕ ਹੈ, ਉਹਨਾਂ ਨੇ ਮਤਲਬ ਜਦੋਂ ਸੁਣਿਆ ਸਰੋਤਿਆਂ ਨੇ, ਤਾਂ ਉਹ ਕੀ ਆ, ਜਦੋਂ ਉਹਨੇ ਸ਼ੁਰੂਆਤ ਕੀਤੀ ਕਵਿਤਾ ਦੀ ਤਾਂ ਹੈਰਾਨ ਵੀ ਹੋਏ ਤੇ ਖੁਸ਼ ਵੀ ਹੋਏ। ਇਸ ਕਾਰਵਾਈ ਵਿੱਚ ਪੂਰੀ ਸਭਾ ਦੀ ਦਿਲਚਸਪੀ ਬਰਕਰਾਰ ਸੀ, ਮਤਲਬ ਉਹ ਇੰਟਰਸਟ ਪੈਦਾ ਹੋ ਗਿਆ ਉਹਨਾਂ ਦੇ ਵਿੱਚ, ਦਿਲਚਸਪੀ ਪੈਦਾ ਹੋ ਗਈ ਜਦੋਂ ਉਹਨਾਂ ਨੇ ਕਵਿਤਾ ਦੀਆਂ ਲਾਈਨਾਂ ਸੁਣੀਆਂ। ਗਾਉਣਾ ਛੱਡ ਕੇ ਫਿਰ ਕਵਿਤਾ ਆਖਣ ਲੱਗੀ, ਇਹ ਤਾਂ ਮੇਰੇ ਚੰਗੇ ਭਾਗ ਨੇ ਕਿ ਮੈਨੂੰ ਆਪਣੀਆਂ ਭਾਵਨਾਵਾਂ ਦਾ ਇਜ਼ਹਾਰ ਕਰਨ ਦਾ ਮੌਕਾ ਮਿਲਿਆ ਹੈ। ਵੈਸੇ ਮੈਂ ਸਦਾ ਹੀ ਇਹ ਮਹਿਸੂਸ ਕੀਤਾ ਹੈ ਕਿ ਸਾਹਿਤ ਦੀਆਂ ਸਾਰੀਆਂ ਕਿਸਮਾਂ ਵਿੱਚੋਂ ਮੈਂ ਹੀ ਸਭ ਤੋਂ ਵੱਧ ਲੋਕਪ੍ਰਿਯ ਹਾਂ। ਮੇਰੇ ਵਿੱਚ ਸੁਰਤਾਲ ਦੀ ਮੌਜੂਦਗੀ ਹੋਣ ਕਰਕੇ ਸਾਰੇ ਮੈਨੂੰ ਪੜ੍ਹ ਸੁਣ ਕੇ ਵਧੇਰੇ ਖੁਸ਼ ਹੁੰਦੇ ਹਨ। ਤਾਂ ਦੇਖੋ ਬੇਟਾ, ਹੁਣ ਕਵਿਤਾ ਨੇ ਵੀ ਸਰੋਤਿਆਂ ਦੇ ਨਾਲ ਆਪਣੀਆਂ ਜਿਹੜੀਆਂ ਗੱਲਾਂ ਸੀ, ਵਿਚਾਰ ਸੀ, ਉਹ ਸਾਂਝੇ ਕੀਤੇ। ਕਹਿੰਦੀ ਕਿ ਮੈਨੂੰ ਲੱਗਦਾ ਹੈ ਕਿ ਮੈਂ ਹੀ ਸਾਰਿਆਂ ਤੋਂ ਵਧੀਆ, ਇਹ ਮੇਰੀ ਕਿਸਮਤ ਹੈ ਕਿ ਮੈਨੂੰ ਆਪਣੀਆਂ ਭਾਵਨਾਵਾਂ ਦਾ, ਆਪਣੇ ਮਨ ਦੀਆਂ ਜੋ ਗੱਲਾਂ ਨੇ, ਵਿਚਾਰ ਨੇ, ਉਹ ਤੁਹਾਡੇ ਨਾਲ ਸਾਂਝੇ ਕਰਨ ਦਾ ਮੌਕਾ ਮਿਲਿਆ। ਠੀਕ ਹੈ, ਵੈਸੇ ਵੀ ਕਹਿੰਦੀ ਮੈਂ ਸਦਾ ਇਹ ਹੀ ਮਹਿਸੂਸ ਕਰਦੀ ਹਾਂ ਕਿ ਸਾਹਿਤ ਦੀਆਂ ਜਿਹੜੀਆਂ ਸਾਰੀਆਂ ਕਿਸਮਾਂ ਨੇ ਉਹ ਮੈਨੂੰ ਹੀ ਸਭ ਤੋਂ ਵੱਧ ਪਸੰਦ ਕਰਦੀਆਂ ਨੇ। ਠੀਕ ਹੈ, ਵੀ ਮੈਂ ਹੀ ਸਾਰਿਆਂ ਦੀ ਹਰਮਨ ਪਿਆਰੀ ਹਾਂ ਬਾਕੀ ਚੀਜ਼ਾਂ ਨੂੰ ਛੱਡ ਕੇ, ਤੇ ਮੈਨੂੰ ਸਾਰੇ ਪੜ੍ਹ ਕੇ ਕੀ ਆ, ਵਧੇਰੇ ਖੁਸ਼ ਹੁੰਦੇ ਨੇ। ਉਹ ਆਪਣੇ ਆਪ ਨੂੰ ਜ਼ਿਆਦਾ ਵਧੀਆ ਸਮਝਦੀ ਸੀ, ਕਹਾਣੀ ਆਪਣੇ ਆਪ ਨੂੰ ਜ਼ਿਆਦਾ ਵਧੀਆ ਸਮਝਦੀ ਸੀ। ਤਾਂ ਇਹ ਸੀ ਬੇਟਾ ਆਪਣੀ ਕਵਿਤਾ ਤੇ ਕਹਾਣੀ
ਆਪਣੇ ਹੋ ਗਏ ਨੇ। ਉਸ ਤੋਂ ਬਾਅਦ ਬੱਚੇ ਅੱਗੇ ਜਿਹੜਾ ਆਪਣਾ ਚੈਪਟਰ ਹੈ ਉਹ ਆਪਾਂ ਨੈਕਸਟ ਕਲਾਸ ਦੇ ਵਿੱਚ ਕਰਾਂਗੇ। ਉਸ ਤੋਂ ਬਾਅਦ ਆਪਣਾ ਬੇਟੇ ਵਾਰਤਕ ਭਾਗ ਆਊਗਾ, ਉਹ ਆਪਾਂ ਅਗਲੀ ਕਲਾਸ ਦੇ ਵਿੱਚ ਕਰਾਂਗੇ ਕੱਲ੍ਹ। ਤਾਂ ਇਸ ਨੂੰ ਬੇਟਾ ਇੱਕ ਵਾਰੀ ਤੁਸੀਂ ਫਿਰ ਤੋਂ ਦੁਬਾਰਾ ਰੀਡ ਆਊਟ ਕਰ ਲੈਣਾ। ਓਕੇ ਬੇਟਾ, ਥੈਂਕ ਯੂ, ਹੈਵ ਅ ਨਾਈਸ ਡੇ।